ਆਪ ਬੇਟਾ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਹੀ ਪਿਆਰੇ ਭਰਾਓ ਭੈਣੋ ਤੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ। ਅੱਜ ਪਾਕ ਕਲੀਸਿਆ ਪੈਂਤੇਕੋਸਤ ਦਾ ਤਿਉਹਾਰ ਮਨਾਉਂਦੀ ਹੈ। ਮੈਂ ਇਸ ਤਿਉਹਾਰ ਦੇ ਮੌਕੇ 'ਤੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਹਾਂ। ਔਰ ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਹਮਣੇ ਪ੍ਰਭੂ ਦੇ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਦੇ ਲਈ ਜਾ ਰਿਹਾ ਹਾਂ। ਔਰ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ, ਰੂਹ ਪਾਕ ਕੀ ਹੈ ਅਤੇ ਕਿੱਥੇ ਰਹਿੰਦਾ ਹੈ। ਪਿਆਰੇ ਭਰਾਓ ਭੈਣੋ, ਅੱਜ ਦੇ ਜੋ 3 ਪਾਠ ਪਾਕ ਅੰਜੀਲ ਦੇ ਵਿੱਚ ਲਏ ਗਏ ਹਨ। ਪਹਿਲਾ ਪਾਠ ਰਸੂਲਾਂ ਦੇ ਕਰਤੱਵ ਉਹਦੇ 2 ਅਧਿਆਇ 1 ਤੋਂ 11 ਤੱਕ। ਦੂਸਰਾ ਪਾਠ ਪਹਿਲਾ ਕੁਰਿੰਥੀਅੰਸ ਉਹਦਾ 12 ਅਧਿਆਇ 3 ਤੋਂ 7 ਤੱਕ ਅਤੇ 12 ਤੋਂ 3 ਅਤੇ ਸੰਤ ਯਹੋਨਾ ਇੰਜੀਲ ਉਹਦਾ 20 ਅਧਿਆਇ 19 ਤੋਂ ਲੈ ਕੇ 23 ਤੱਕ। ਹੁਣ ਜਦੋਂ ਅਸੀਂ ਪਹਿਲੇ ਪਾਠ ਦੇ ਬਾਰੇ ਗੱਲ ਕਰਦੇ ਹਾਂ, ਉਹਦੇ ਤੇ ਮਨਨ ਚਿੰਤਨ ਕਰਦੇ ਹਾਂ, ਤਾਂ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਖੁਦਾ ਨੇ ਕਲੀਸਿਆ ਉੱਤੇ ਪਵਿੱਤਰ ਆਤਮਾ ਭੇਜਿਆ, ਜਿਸ ਦੁਆਰਾ ਉਹਨਾਂ ਦੇ ਈਮਾਨ ਅਤੇ ਪਿਆਰ ਮਜ਼ਬੂਤ ਹੋ ਗਿਆ। ਅਤੇ ਦੂਸਰੇ ਪਾਠ ਦੇ ਵਿੱਚ ਸੰਤ ਪੌਲੁਸ ਰਸੂਲ ਸਾਨੂੰ ਯਾਦ ਕਰਾਉਂਦੇ ਹਨ ਕਿ ਜੋ ਆਤਮਾ ਹੈ, ਖੁਦਾ ਦਾ ਰੂਹ ਪਾਕ ਹੈ, ਸਾਰਿਆਂ ਦੇ ਹਿੱਤ ਲਈ ਇੱਕ ਹੀ ਰੂਹ ਪਾਕ ਕਲੀਸਿਆ ਨੂੰ ਵਰਦਾਨ ਦਿੰਦਾ ਅਤੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਪਾਕ ਅੰਜੀਲ ਜੋ ਅੱਜ ਪੜ੍ਹੀ ਗਈ ਹੈ ਸੰਤ ਯਹੋਨਾ ਇੰਜੀਲ ਵਿੱਚੋਂ ਦੱਸਿਆ ਗਿਆ ਕਿ ਰੂਹ ਪਾਕ ਪਿਆਰ ਦਾ ਰੂਹ ਹੈ। ਯਿਸੂ ਆਪਣੇ ਚੇਲਿਆਂ ਨੂੰ ਰੂਹ ਪਾਕ ਦਾ ਵਰਦਾਨ ਇਸ ਲਈ ਦਿੰਦੇ ਹਨ ਕਿ ਉਹ ਪਾਪਾਂ ਦੀ ਮਾਫੀ ਰਾਹੀਂ ਖੁਦਾ ਅਤੇ ਮਨੁੱਖਾਂ ਦਾ ਪਿਆਰ ਦਾ ਸੰਬੰਧ ਸਥਾਪਿਤ ਕਰਨ। ਖੁਦਾ ਆਤਮਾ ਹੈ ਅਤੇ ਅਸੀਂ ਇਸ ਸੱਚਾਈ ਨੂੰ ਕਿਸ ਤਰ੍ਹਾਂ ਲੱਭ ਸਕਦੇ ਹਾਂ? ਪ੍ਰਾਰਥਨਾ ਦੇ ਰਾਹੀਂ, ਖੁਦਾ ਦੇ ਵਚਨਾਂ ਤੇ ਮਨਨ ਚਿੰਤਨ ਕਰਨ ਦੇ ਰਾਹੀਂ ਅਤੇ ਨੇਕ ਕੰਮ ਕਰਨ ਦੇ ਰਾਹੀਂ ਖੁਦਾ ਦੀ ਆਤਮਾ ਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਖੁਦਾ ਦਾ ਆਤਮਾ ਮੇਰੇ ਵਿੱਚ ਹੈ ਅਤੇ ਇਹ ਮੈਨੂੰ ਚੰਗੇ ਕੰਮ ਕਰਨ ਦੇ ਲਈ ਉਭਾਰਦਾ ਹੈ। ਪਿਆਰੇ ਭਰਾਓ ਭੈਣੋ, ਅੱਜ ਪਾਕ ਕਲੀਸਿਆ ਜੋ ਕਿ ਉਹਦਾ ਜਨਮ ਦਿਨ ਵੀ ਹੈ, ਪਾਕ ਕਲੀਸਿਆ ਦਾ ਬਹੁਤ ਵੱਡਾ ਤਿਉਹਾਰ ਹੈ ਸਾਡੇ ਲਈ। ਅੱਜ ਦੇ ਦਿਨ ਕਲੀਸਿਆ ਦੀ ਜੋ ਸ਼ੁਰੂਆਤ ਹੋਈ, ਚੇਲਿਆਂ ਨੂੰ ਰੂਹ ਪਾਕ ਦਾ ਵਰਦਾਨ ਦਿੱਤਾ ਗਿਆ। ਸਵਰਗ ਰਾਜ ਦੀ ਸਥਾਪਨਾ ਕਰਨ ਦੇ ਲਈ, ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਦੇ ਲਈ ਉਹਨਾਂ ਨੂੰ ਕਿਹਾ ਗਿਆ। ਔਰ ਕਿਸ ਤਰ੍ਹਾਂ ਰੂਹ ਪਾਕ ਚੇਲਿਆਂ ਤੇ ਉਸ ਸਮੇਂ ਉਤਰਿਆ ਜਦੋਂ ਉਹ ਇੱਕ ਮਨ ਹੋ ਕੇ ਬੂਹੇ ਬੰਦ ਕਰਕੇ ਪ੍ਰਾਰਥਨਾ ਕਰ ਰਹੇ ਸਨ। ਜਦੋਂ ਅਸੀਂ ਚੇਲਿਆਂ ਦੇ ਕਰਤੱਵ ਉਹਦਾ 1 ਅਧਿਆਇ ਉਹਦੀ 4 ਅਧ ਪੜ੍ਹੀ, ਦੇ ਵਿੱਚ ਲਿਖਿਆ ਹੈ ਕਿ ਉਹ ਸਾਰੇ, ਜਿਨ੍ਹਾਂ ਵਿੱਚ ਕੁਝ ਔਰਤਾਂ, ਯਿਸੂ ਦੀ ਮਾਤਾ ਮਰੀਅਮ ਅਤੇ ਉਹਨਾਂ ਦੇ ਭਰਾ ਵੀ ਸਨ, ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੇ ਸਨ। ਉਡੀਕ ਰਹੇ ਸਨ ਪ੍ਰਭੂ ਦੇ ਉਸ ਵਾਅਦੇ ਨੂੰ ਜੋ ਪ੍ਰਭੂ ਨੇ ਆਪਣੇ ਚੇਲਿਆਂ ਦੇ ਨਾਲ ਵਾਅਦਾ ਕੀਤਾ ਕਿ ਮੈਂ ਪਿਤਾ ਦੇ ਅੱਗੇ ਪ੍ਰਾਰਥਨਾ ਕਰਾਂਗਾ ਔਰ ਪਿਤਾ ਤੁਹਾਨੂੰ ਦੂਸਰਾ ਮਦਦਗਾਰ ਦੇਵੇਗਾ, ਅਰਥਾਤ ਪਵਿੱਤਰ ਆਤਮਾ, ਜੋ ਸਦਾ ਤੁਹਾਡੇ ਨਾਲ ਰਹੇਗਾ। ਉਹ ਬਲ ਅਤੇ ਸ਼ਕਤੀ, ਉਹਨਾਂ ਤੱਕ ਤੁਸੀਂ ਯਰੂਸ਼ਲਮ ਦੇ ਵਿੱਚ ਹੀ ਰਹਿਣਾ, ਤੁਸੀਂ ਬਾਹਰ ਨਹੀਂ ਜਾਣਾ। ਚੇਲੇ ਡਰ ਰਹੇ ਸਨ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਇਹ ਦੁੱਖ ਤਕਲੀਫਾਂ ਚੱਲਣੇ ਪਏ। ਪ੍ਰਭੂ ਯਿਸੂ ਮਸੀਹ ਉਹਨਾਂ ਤੋਂ ਵੱਖਰਾ ਹੋ ਗਿਆ। ਉਹਨਾਂ ਨੇ ਸੋਚਿਆ ਸਾਡੇ ਨਾਲ ਕੀ ਵਾਪਰੇਗਾ, ਪਰ ਮਨ ਵਿੱਚ ਇੱਕ ਆਸ ਵੀ ਸੀ, ਇੱਕ ਉਮੀਦ ਵੀ ਸੀ ਕਿ ਪ੍ਰਭੂ ਇਸ ਧਰਤੀ ਉੱਤੇ ਆਉਣਗੇ। ਔਰ ਠੀਕ ਜਦੋਂ ਪ੍ਰਭੂ ਆਪਣੇ ਮੁਰਦਿਆਂ ਦੇ ਚੋਂ ਜੀ ਉੱਠਦੇ ਹਨ, ਜੋ ਪ੍ਰਭੂ ਯਿਸੂ ਜੀਵਤ ਹੋ ਜਾਂਦੇ ਹਨ, ਚੇਲਿਆਂ ਨੂੰ ਦਿਖਾਈ ਦਿੰਦੇ ਹਨ। 40 ਦਿਨ ਲਗਾਤਾਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਹਿੰਮਤ ਦਿੱਤੀ। ਹੁਣ ਤੁਸੀਂ ਸਵਰਗ ਰਾਜ ਦਾ ਪ੍ਰਚਾਰ ਕਰਨਾ ਹੈ, ਹੁਣ ਤੁਸੀਂ ਇਸ ਮਿਸ਼ਨ ਕਾਰਜ ਨੂੰ ਅੱਗੇ ਚਲਾਉਣਾ ਹੈ। ਔਰ ਚੇਲੇ ਮੰਨ ਗਏ ਪ੍ਰਭੂ ਦੀ ਗੱਲ ਔਰ
ਜਦੋਂ ਪ੍ਰਭੂ ਜੀ ਸਵਰਗ ਵਿੱਚ ਉਠਾਏ ਜਾਂਦੇ ਹਨ ਅਤੇ ਆਪਣੇ ਵਾਅਦੇ ਦੇ ਮੁਤਾਬਿਕ ਚੇਲਿਆਂ ਤੇ ਅੱਜ ਜੋ ਪਵਿੱਤਰ ਆਤਮਾ ਉਹਨਾਂ ਨੂੰ ਮਿਲਿਆ, ਸਾਡਾ ਸਾਰਿਆਂ ਜੀਆਂ ਨਾਲ ਮਿਲ ਕੇ ਪ੍ਰਾਰਥਨਾ ਕਰਨਾ, ਪਵਿੱਤਰ ਆਤਮਾ ਦੇ ਵਰਦਾਨ ਨੂੰ ਯਾਦ ਕਰਨਾ ਕਿ ਸਾਨੂੰ ਵੀ ਪਵਿੱਤਰ ਆਤਮਾ ਦਿੱਤਾ ਗਿਆ ਹੈ। ਪਵਿੱਤਰ ਆਤਮਾ ਜੋ ਰੂਹ ਪਾਕ ਦਾ ਤੀਸਰਾ ਸ਼ਖਸ ਹੈ। ਪਵਿੱਤਰ ਆਤਮਾ ਹਮੇਸ਼ਾ ਸਾਡੇ ਜ਼ਿੰਦਗੀ ਦੇ ਵਿੱਚ ਹੈ। ਜਦੋਂ ਅਸੀਂ ਬਾਪ, ਬੇਟੇ ਅਤੇ ਰੂਹ ਪਾਕ ਦਾ ਨਿਸ਼ਾਨ ਕਰਦੇ ਹਾਂ, ਚਿੰਨ੍ਹ ਬਣਾਉਂਦੇ ਹਾਂ ਆਪਣੇ ਸਰੀਰ ਉੱਤੇ, ਬਾਪ ਸਾਡੇ ਜੋ ਸਿਰ ਉੱਤੇ ਹੈ, ਬੇਟਾ ਸਾਡੇ ਦਿਲ ਵਿੱਚ ਹੈ, ਰੂਹ ਪਾਕ ਸਾਡੇ ਮੋਢਿਆਂ 'ਤੇ ਹੈ, ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਹੈ। ਬਾਪ, ਬੇਟਾ ਤੇ ਰੂਹ ਪਾਕ ਜਦੋਂ ਅਸੀਂ ਕਹਿੰਦੇ ਹਾਂ, ਇਹ ਜੋ ਸਾਨੂੰ ਦੱਸਿਆ ਗਿਆ ਹੈ ਪਾਕ ਕਲੀਸਿਆ ਦੇ ਰਾਹੀਂ ਸਾਨੂੰ ਸਮਝਾਇਆ ਗਿਆ ਹੈ, ਇਹ ਰਵਾਇਤਾਂ ਹਨ, ਕਲੀਸਿਆ ਦੀਆਂ ਸਿੱਖਿਆਵਾਂ ਹਨ। ਜਦੋਂ ਪ੍ਰਭੂ ਯਿਸੂ ਮਸੀਹ ਦਾ ਬਪਤਿਸਮਾ ਹੋਇਆ ਤੇ ਖੁਦਾ ਦਾ ਆਤਮਾ ਪ੍ਰਭੂ ਦੇ ਉੱਤੇ ਉਤਰਦਾ ਹੈ, ਕਬੂਤਰ ਦੀ ਸ਼ਕਲ ਦੇ ਰਾਹੀਂ ਮੋਢੇ ਉੱਤੇ ਬੈਠ ਜਾਂਦਾ ਹੈ। ਪ੍ਰਭੂ ਦੇ ਆਕਾਸ਼ ਤੋਂ ਆਵਾਜ਼ ਆਉਂਦੀ, ਇਹ ਮੇਰਾ ਪ੍ਰਿਯ ਪੁੱਤਰ ਹੈ, ਇਸ ਦੀ ਸੁਣੋ। ਜਦੋਂ ਸਾਡਾ ਬਪਤਿਸਮਾ ਹੋਇਆ, ਸਾਨੂੰ ਵੀ ਬਾਪ, ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਬਪਤਿਸਮਾ ਦਿੱਤਾ ਗਿਆ। ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਦਿੱਤਾ ਗਿਆ। ਸਾਡੇ ਵਿੱਚ ਖੁਦਾ ਦਾ ਆਤਮਾ ਹੈ, ਸਾਡੇ ਵਿੱਚ ਰੂਹ ਪਾਕ ਹੈ। ਜਦੋਂ ਅਸੀਂ ਇਸ ਕਲਾਸ ਦਾ ਸਾਕਰਮੈਂਟ ਗ੍ਰਹਿਣ ਕੀਤਾ, ਸਾਨੂੰ ਉਸ ਸਮੇਂ ਵੀ ਖੁਦਾ ਦਾ ਆਤਮਾ ਦਿੱਤਾ ਗਿਆ, ਸਾਨੂੰ ਮਿਲ ਗਿਆ, ਜਿਹਦੇ ਨਾਲ ਅਸੀਂ ਈਮਾਨ ਵਿੱਚ ਮਜ਼ਬੂਤ ਹੋ ਗਏ। ਹੁਣ ਸਾਨੂੰ ਕੋਈ ਵੀ ਪ੍ਰਭੂ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦਾ। ਮੁਸ਼ਕਲਾਂ, ਪਰੇਸ਼ਾਨੀਆਂ ਸਾਨੂੰ ਪ੍ਰਭੂ ਤੋਂ ਦੂਰ ਨਹੀਂ ਕਰ ਸਕਦੀਆਂ। ਪਿਆਰੇ ਪ੍ਰੋਤ ਭੈਣੋ, ਪ੍ਰਭੂ ਯਿਸੂ ਕਲੀਸਿਆ ਦਾ ਸਿਰ ਹੈ ਅਤੇ ਅਸੀਂ ਉਹਦੇ ਸਾਰੇ ਅੰਗ ਹਾਂ। ਜੇਕਰ ਸਾਡੇ ਸਰੀਰ ਵਿੱਚ ਕੋਈ ਕਮੀ ਹੈ ਤਾਂ ਪ੍ਰਭੂ ਸਾਨੂੰ ਦੂਰ ਕਰੇਗਾ ਉਸ ਕਮੀ ਨੂੰ। ਹਮੇਸ਼ਾ ਸਾਡੇ ਨਾਲ ਪ੍ਰਭੂ ਦੇ ਨਾਲ ਜੁੜੇ ਰਹਿਣਾ, ਸਾਡਾ ਵਿਸ਼ਵਾਸ ਪ੍ਰਭੂ ਤੇ ਹੈ। ਅਸੀਂ ਜੀਏ ਮਰੀਏ ਪ੍ਰਭੂ ਦੇ ਨਾਮ ਦੇ ਵਿੱਚ ਹਮੇਸ਼ਾ ਸਥਿਰ ਰਹੀਏ। ਪ੍ਰਭੂ ਦੇ ਕਲਾਮ ਨੂੰ ਹਮੇਸ਼ਾ ਲੋਕਾਂ ਵਿੱਚ ਫੈਲਾਈਏ। ਅਧਿਆਤਮਿਕ ਤੌਰ ਤੇ ਪ੍ਰਭੂ ਦੇ ਨਾਲ ਜੁੜੇ ਰਹਿਣਾ ਹੈ। ਹਰ ਸਮੇਂ ਖੁਦਾ ਦਾ ਧੰਨਵਾਦ ਕਰਨਾ ਹੈ। ਉੱਠਦੇ, ਬੈਠਦੇ, ਸੌਂਦੇ, ਕੋਈ ਕੰਮ ਕਰਦੇ ਖੁਦਾ ਦਾ ਧੰਨਵਾਦ ਕਿ ਖੁਦਾ ਨੇ ਸਾਨੂੰ ਜੀਵਨ ਦਿੱਤਾ ਹੈ, ਅਸੀਂ ਉਹਦੇ ਲਈ ਜੀਣਾ ਹੈ। ਜਿੱਥੇ ਵਿਸ਼ਵਾਸ ਹੈ ਉੱਥੇ ਸੱਚਮੁੱਚ ਖੁਦਾ ਦਾ ਆਤਮਾ ਕੰਮ ਕਰਦਾ ਹੈ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਿੱਥੇ ਵਿਸ਼ਵਾਸ ਹੈ, ਵਿਸ਼ਵਾਸ ਅਮਲਾਂ ਤੋਂ ਬਿਨਾਂ ਮੁਰਦਾ ਹੈ। ਵਿਸ਼ਵਾਸ ਅਮਲਾਂ ਤੋਂ ਬਿਨਾਂ ਮੁਰਦਾ ਹੈ। ਨਾ ਤੱਕ ਅਸੀਂ ਜੋ ਅਮਲ ਨਹੀਂ ਕਰਦੇ, ਉਹਦੇ ਤੇ ਯਕੀਨ ਨਹੀਂ ਕਰਦੇ ਕੰਮਾਂ ਤੇ, ਪ੍ਰਭੂ ਦੀ ਬਾਣੀ ਤੇ, ਜੋ ਮਰਜ਼ੀ ਕੰਮ ਕਰ ਲਈਏ ਉਹ ਤੋਂ ਫਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ। ਸਾਡੇ ਪਰਿਵਾਰ, ਮਸੀਹ ਪਰਿਵਾਰਾਂ ਵਿੱਚ ਮਿਲ ਕੇ ਪਵਿੱਤਰ ਆਤਮਾ ਦੇ ਅਧੀਨ ਜੀਵਨ ਗੁਜ਼ਾਰੀਏ। ਖੁਦਾ ਦੀ ਬਾਣੀ ਵਿੱਚ ਲਿਖਿਆ, ਅਸੀਂ ਸਾਰੇ ਪਵਿੱਤਰ ਆਤਮਾ ਦੀ ਜੋ ਅਧੀਨ ਜੋ ਜੀਵਨ ਗੁਜ਼ਾਰਨਾ ਹੈ, ਹੇਠ ਜੀਵਨ ਗੁਜ਼ਾਰਨਾ ਹੈ। ਪਵਿੱਤਰ ਆਤਮਾ ਦੇ ਫਲਾਂ ਦੇ ਬਾਰੇ ਸੰਤ ਪੌਲੁਸ ਰਸੂਲ ਸਾਨੂੰ ਦੱਸਦੇ ਹਨ। ਗਲਾਤੀਆਂ ਦਾ ਪੱਤਰ ਉਹਦਾ 5 ਅਧਿਆਇ 26 ਆਇਤ ਵਿੱਚ ਦੱਸਿਆ ਹੈ ਕਿ ਪਵਿੱਤਰ ਆਤਮਾ ਦੇ ਫਲ ਉਹ ਇਹ ਹਨ, ਪਿਆਰ, ਆਨੰਦ, ਸ਼ਾਂਤੀ, ਦਿਆਲਗੀ, ਭਲਾਈ, ਵਫਾਦਾਰੀ, ਨਿਮਰਤਾ ਅਤੇ ਸਵੇ ਕਾਬੂ। ਤੁਸੀਂ ਵੀ ਖੁਦਾ ਦੀ ਬਾਣੀ ਨੂੰ ਪੜ੍ਹ ਸਕਦੇ ਹੋ। ਗਲਾਤੀਆਂ ਦਾ ਪੱਤਰ ਉਹਦਾ 5 ਅਧਿਆਇ ਉਹਦੀ 22 ਆਇਤ। ਫਿਰ ਅੱਗੇ ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ। ਫਿਰ ਉਹੀ ਗਲਾਤੀਆਂ ਦਾ ਪੱਤਰ ਉਹਦਾ 5 ਅਧਿਆਇ ਜੋ 25 ਆਇਤ ਉਹਦੇ ਵਿੱਚ ਲਿਖਿਆ, ਜੇਕਰ ਖੁਦਾ ਦਾ ਆਤਮਾ ਨੇ ਸਾਨੂੰ ਨਵਾਂ ਜਨਮ ਦਿੱਤਾ ਹੈ ਤਾਂ ਸਾਨੂੰ ਉਸੇ ਦੀ ਅਗਵਾਈ ਹੇਠ ਚੱਲਣਾ ਚਾਹੀਦਾ ਹੈ। ਜੇ ਖੁਦਾ ਨੇ ਸਾਨੂੰ ਆਤਮਾ ਦਿੱਤਾ ਹੈ ਤਾਂ ਉਸ ਦੀ ਅਗਵਾਈ ਹੇਠ ਸਾਨੂੰ ਚੱਲਣਾ ਚਾਹੀਦਾ ਹੈ। ਖੁਦਾ ਦਾ ਆਤਮਾ ਸਾਨੂੰ ਮਿਲਿਆ ਹੈ, ਖੁਦਾ ਦੀ ਸ਼ਕਤੀ ਸਾਨੂੰ ਮਿਲੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸੱਚਮੁੱਚ ਪੈਂਤਾਕੋਸਤ ਵਾਲੇ ਦਿਨ ਚੇਲਿਆਂ ਨੂੰ ਪਵਿੱਤਰ ਆਤਮਾ ਸੁਣਾਉਣ ਦਾ ਬਲ ਦਿੱਤਾ ਗਿਆ, ਸ਼ਕਤੀ ਦਿੱਤੀ ਗਈ ਤਾਂ ਜੋ ਦਾ ਇਹ ਵਿਸ਼ਵਾਸ ਮਜ਼ਬੂਤ ਰਹੇ। ਜਦੋਂ ਅਸੀਂ ਚੇਲਿਆਂ ਦੇ ਕਰਤੱਵ ਉਹਦਾ 2 ਅਧਿਆਇ ਪੜ੍ਹਦੇ ਹਾਂ, 1 ਤੋਂ ਲੈ ਕੇ 4 ਤੱਕ, ਉਹਦੇ ਵਿੱਚ ਲਿਖਿਆ ਹੈ ਕਿ ਇਹ ਪੈਂਤਾਕੋਸਤ ਦੇ ਤਿਉਹਾਰ ਦਾ ਦਿਨ ਸੀ। ਉਹ ਸਾਰੇ ਇੱਕ ਥਾਂ ਇਕੱਠੇ ਸਨ। ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਸ ਨਾਲ ਸਾਰਾ ਘਰ ਗੂੰਜ ਉੱਠਿਆ ਜਿਸ ਵਿੱਚ ਉਹ ਬੈਠੇ ਹੋਏ ਸਨ। ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਵੱਖਰੀਆਂ ਵਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਠਹਿਰੀਆਂ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਭਾਰਿਆ। ਦੇਖੋ, ਪਵਿੱਤਰ ਆਤਮਾ ਨੇ ਬਲ ਦਿੱਤਾ, ਖੁਦਾ ਦੀ ਸ਼ਕਤੀ
ਖੁਦਾ ਦਾ ਫਜ਼ਲ ਉਹਨਾਂ ਵਿੱਚ ਆ ਗਿਆ। ਫਿਰ ਉਹਨਾਂ ਨੂੰ ਸ਼ਕਤੀ ਮਿਲੀ। ਜਦੋਂ ਪ੍ਰਭੂ ਦੇ ਨਾਲ ਸਨ, ਚੇਲਿਆਂ ਨੇ ਪ੍ਰਚਾਰ ਨਹੀਂ ਕੀਤਾ ਉਸ ਸਮੇਂ। ਉਹਨਾਂ ਨੇ ਪ੍ਰਭੂ ਦੇ ਵਚਨਾਂ ਨੂੰ ਸੁਣਿਆ, ਗ੍ਰਹਿਣ ਕੀਤਾ, ਲਿਖਿਆ ਹੋਵੇਗਾ, ਆਪਣੀ ਮੈਮਰੀ ਦੇ ਵਿੱਚ ਯਾਦ ਕਰ ਲਿਆ, ਦਿਮਾਗ ਦੇ ਵਿੱਚ ਉਹਨਾਂ ਗੱਲਾਂ ਨੂੰ ਰੱਖ ਲਿਆ। ਉਸ ਸਮੇਂ ਪ੍ਰਭੂ ਹੀ ਪ੍ਰਚਾਰ ਕਰਦਾ ਸੀ, ਚੇਲੇ ਸੁਣਦੇ ਸਨ, ਲੋਕ ਚੰਗੇ ਹੁੰਦੇ ਸਨ। ਜਦੋਂ ਪ੍ਰਭੂ ਉਹਨਾਂ ਤੋਂ ਦੂਰ ਚਲਾ, ਉਹਨਾਂ ਜ਼ਿੰਮੇਵਾਰੀ ਦੇ ਦਿੰਦਾ ਹੈ, ਤਾਂ ਫਿਰ ਚੇਲੇ ਪ੍ਰਭੂ ਦਾ ਨਾਮ ਲੈ ਤੇ ਬਹੁਤ ਸਾਰੇ ਚਮਤਕਾਰ ਕਰਦੇ ਹਨ। ਅਤੇ ਅੱਜ ਵੀ ਯਿਸੂ ਦੇ ਨਾਮ ਦੇ ਵਿੱਚ ਚਮਤਕਾਰ ਹੋ ਰਹੇ ਹਨ। ਅਤੇ ਸਾਨੂੰ ਸਾਰਿਆਂ ਨੂੰ ਪ੍ਰਭੂ ਨੇ ਚੁਣਿਆ ਹੈ, ਚੇਲੇ ਬਣਾ ਲਿਆ ਹੈ। ਜਾਓ ਸਾਰੀਆਂ ਕੌਮਾਂ ਵਿੱਚ ਜਾ ਕੇ ਸ਼ੁਭ ਸਮਾਚਾਰ ਸੁਣਾਓ। ਜਿਹੜੇ ਵਿਸ਼ਵਾਸ ਕਰਨਗੇ ਉਹਨਾਂ ਨੂੰ ਬਾਪ, ਬੇਟੇ ਅਤੇ ਰੂਹ ਪਾਕ ਦੇ ਨਾਂ 'ਤੇ ਬਪਤਿਸਮਾ ਦੇਣਾ। ਅਤੇ ਅਸੀਂ ਉਹਨਾਂ ਦੇ ਵਿੱਚੋਂ ਹਾਂ। ਅਸੀਂ ਬਪਤਿਸਮਾ ਗ੍ਰਹਿਣ ਕੀਤੇ ਲੋਕ ਹਾਂ। ਕਲੀਸਿਆ ਦਾ ਮਿਸ਼ਨ ਕਾਰਜ ਅੱਜ ਤੋਂ ਜੋ ਆਰੰਭ ਹੋ ਗਿਆ ਅਤੇ ਇਹ ਵੱਧਦਾ ਹੀ ਗਿਆ, ਸਾਡੇ ਤੱਕ ਪਹੁੰਚਿਆ ਹੈ। ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹ ਚੱਲਦਾ ਹੀ ਰਹੇਗਾ। ਖੁਦਾ ਦਾ ਧੰਨਵਾਦ ਕਰਦੇ ਹਾਂ। ਆ ਸਾਰੇ ਮਸੀਹਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਯਿਸੂ ਦੇ ਬਾਰੇ ਲੋਕਾਂ ਦੇ ਵਿੱਚ ਸ਼ੁਭ ਸਮਾਚਾਰ ਸੁਣਾਉਣਾ। ਔਰ ਪ੍ਰਭੂ ਦਾ ਸ਼ੁਭ ਸਮਾਚਾਰ ਫੈਲਦਾ ਜਾ ਰਿਹਾ ਹੈ। ਹਰ ਲੋਕ ਯਿਸੂ ਦਾ ਨਾਮ ਲੈ ਰਹੇ ਹੈ। ਯਿਸੂ ਦੇ ਨਾਮ ਦੇ ਵਿੱਚ ਮੁਕਤੀ ਹੈ, ਯਿਸੂ ਦੇ ਨਾਮ ਵਿੱਚ ਸ਼ਕਤੀ ਹੈ, ਯਿਸੂ ਦੇ ਨਾਮ ਦੇ ਵਿੱਚ ਸਾਨੂੰ ਹੌਸਲਾ ਮਿਲਦਾ ਹੈ ਹਰ ਤਰ੍ਹਾਂ ਦੀ ਪਰਿਸਥਿਤੀ ਦੇ ਵਿੱਚ ਰਹਿਣ ਦੇ ਲਈ। ਅੱਜ ਕੋਵਿਡ-19 ਕੋਰੋਨਾ ਵਾਇਰਸ ਦੀ ਬਿਮਾਰੀ, ਮਹਾਮਾਰੀ, ਜਿਸ ਦੇ ਬਾਰੇ ਤੇ ਕਦੇ ਸੁਣਿਆ ਨਹੀਂ ਸੀ। ਥੋੜ੍ਹੇ ਦਿਨ ਹੋ ਗਏ ਅਸੀਂ ਇਹ ਵੀ ਸੁਣਿਆ ਹੈ ਕਿ ਹੁਣ ਟਿੱਡੀ ਦਲ ਜੋ ਦੁਨੀਆ ਦੇ ਵਿੱਚ ਜੋ ਇੱਕ ਹੋਰ ਆਫਤ ਆ ਰਹੀ ਹੈ। ਇਹ ਪ੍ਰਭੂ ਦੇ ਅੱਗੇ ਦੁਆ ਕਰਨੀ, ਖੁਦਾ ਇਹਨਾਂ ਸਾਰੀਆਂ ਆਫਤਾਂ ਨੂੰ ਦੂਰ ਕਰੇ। ਇਨਸਾਨ ਦੀ ਗਲਤੀ ਦੇ ਕਾਰਨ ਪ੍ਰਭੂ ਕ੍ਰੋਧਿਤ ਹੁੰਦਾ ਹੈ। ਖੁਦਾ ਤੋਂ ਮਾਫੀ ਮੰਗਣੀ ਹੈ ਆਪਣੇ ਜੀਵਨ ਦੇ ਵਿੱਚ। ਅਸੀਂ ਜਦੋਂ ਰੋਮੀਆਂ ਦਾ ਪੱਤਰ ਪੜ੍ਹਦੇ ਹਾਂ, ਉਹਦਾ 10 ਅਧਿਆਇ ਦੇ ਵਿੱਚ ਇੱਕ ਵਚਨ ਲਿਖਿਆ ਗਿਆ ਹੈ ਕਿ ਅਸੀਂ ਯਿਸੂ ਨੂੰ ਪ੍ਰਭੂ ਕਹਿ ਕੇ ਮੰਨਣਾ ਹੈ। ਲਿਖਿਆ ਰੋਮੀਆਂ ਦਾ ਪੱਤਰ ਉਹਦਾ 10 ਅਧਿਆਇ। ਬੇਨਤੀ ਹੈ ਕਿ ਤੁਸੀਂ ਵੀ ਆਪਣੇ ਘਰ ਇਹ ਪਵਿੱਤਰ ਵਚਨ ਨੂੰ ਇੰਝ ਜੋ ਬਾਣੀ ਨੂੰ ਪੜ੍ਹਨਾ ਹੈ। ਉਹਦਾ 10 ਅਧਿਆਇ ਜੋ 9 ਤੋਂ 13 ਤੱਕ। ਜੇਕਰ ਤੁਸੀਂ ਯਿਸੂ ਨੂੰ ਪ੍ਰਭੂ ਮੰਨਦੇ ਅਤੇ ਉਹ ਸਭ ਜੋ ਪ੍ਰਭੂ ਦਾ ਨਾਮ ਲੈਣਗੇ ਉਹ ਮੁਕਤੀ ਪ੍ਰਾਪਤ ਕਰਨਗੇ। ਇਹ ਵਚਨ ਇਹਦੇ ਵਿੱਚ ਲਿਖਿਆ ਗਿਆ। ਜੇਕਰ ਅਸੀਂ ਯਿਸੂ ਨੂੰ ਪ੍ਰਭੂ ਮੰਨਦੇ ਹਾਂ, ਉਹਦਾ ਨਾਮ ਲਵਾਂਗੇ, ਤਦ ਹੀ ਮੁਕਤੀ ਹਾਸਲ ਕਰਾਂਗੇ। ਇਹ ਪ੍ਰਭੂ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਅਸਲ ਵਿੱਚ ਅਸੀਂ ਸਾਡੀ ਆਪਣੀ ਬੁਲਾਹਟ ਦੇ ਬਾਰੇ ਸੋਚਣਾ ਹੈ ਕਿ ਇਸ ਖੁਦਾ ਨੇ ਸਾਨੂੰ ਵੀ ਇਹ ਕੰਮ ਸੌਂਪਿਆ ਹੈ। ਖੁਦਾ ਦੀ ਆਤਮਾ ਦੇ ਕੰਮ, ਰੂਹ ਪਾਕ ਸਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ। ਕਿ ਅਸੀਂ ਜਾਣਦੇ ਹਾਂ ਕਿ ਖੁਦਾ ਦਾ ਰੂਹ ਪਾਕ ਸਾਡੇ ਜੀਵਨ ਵਿੱਚ ਹੈ। ਖੁਦਾ ਦਾ ਦਾਸ ਸੰਤ ਬੁਲਸ ਕਹਿੰਦਾ ਕਿ ਤੁਸੀਂ ਨਹੀਂ ਜਾਣਦੇ ਕਿ ਚੀਜ਼ ਪਰਮੇਸ਼ਰ ਦੇ ਮੰਦਰ ਹੋ ਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਪਹਿਲਾ ਕੁਰਿੰਥੀਆਂ 3 ਅਧਿਆਇ ਦੇ ਵਿੱਚ ਦੱਸਿਆ ਗਿਆ 16 ਦੇ ਵਿੱਚ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੇ ਮੰਦਰ ਹੋ ਔਰ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ। ਖੁਦਾ ਦਾ ਆਤਮਾ ਹੈ ਸਾਡੇ ਵਿੱਚ ਕੰਮ ਕਰਦਾ ਹੈ। ਜੇਕਰ ਤੁਸੀਂ ਯਿਸੂ ਨੂੰ ਪ੍ਰਭੂ ਮੰਨਦੇ ਹੋ ਨਾ, ਇਹਦਾ ਮਤਲਬ ਹੈ ਖੁਦਾ ਦਾ ਆਤਮਾ ਤੁਹਾਡੇ ਵਿੱਚ ਹੈ। ਨਹੀਂ ਤਾਂ ਤੁਸੀਂ ਯਿਸੂ ਨੂੰ ਪ੍ਰਭੂ ਨਹੀਂ ਮੰਨ ਸਕਦੇ। ਤੁਸੀਂ ਯਿਸੂ ਨੂੰ ਪ੍ਰਭੂ ਮੰਨਦੇ ਹੋ। ਆਓ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰੀਏ। ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਕਹੇ ਵਚਨ ਕਦੀ ਨਹੀਂ ਟਲਣਗੇ। ਮੈਂ ਜਾ ਰਿਹਾ ਹਾਂ ਪਿਤਾ ਦੇ ਕੋਲ, ਜਿੱਥੇ ਮੈਂ ਹਾਂ ਤਾਂ ਤੁਸੀਂ ਵੀ ਹੋਵੋਗੇ। ਮੈਂ ਪਿਤਾ ਦੇ ਅੱਗੇ ਬੇਨਤੀ ਕਰਾਂਗਾ, ਪਿਤਾ ਤੁਹਾਨੂੰ ਦੂਸਰਾ ਮਦਦਗਾਰ ਦੇਵੇਗਾ। ਮੈਂ ਤੁਹਾਨੂੰ ਕਦੀ ਅਨਾਥ ਨਹੀਂ ਛੱਡਾਂਗਾ। ਇਹ ਪ੍ਰਭੂ ਦੇ ਵਾਅਦੇ ਹਨ, ਉਹਨਾਂ ਨੂੰ ਯਾਦ ਰੱਖਣਾ ਹੈ। ਜੇ ਤੁਸੀਂ ਮੇਰੇ ਅੱਗੇ ਦੁਆ ਕਰੋਗੇ, ਮੈਂ ਤੁਹਾਡੀ ਦੁਆ ਦਾ ਉੱਤਰ ਦੇਵਾਂਗਾ। ਇਹ ਪ੍ਰਭੂ ਦੇ ਵਾਅਦੇ ਹਨ। ਜਦੋਂ ਅਸੀਂ ਪ੍ਰਭੂ ਦੀ ਬਾਣੀ ਪੜ੍ਹਦੇ, ਚੇਲਿਆਂ ਦੇ ਕਰਤੱਵ ਦੇ 2 ਅਧਿਆਏ ਉਹਦੀ 38 ਤੇ 39 ਆਇਤ, ਉਹਦੇ ਵਿੱਚ ਲਿਖਿਆ ਹੈ ਕਿ ਪਤਰਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਮੁੜੇ ਅਤੇ ਯਿਸੂ ਮਸੀਹ ਦੇ ਨਾਂ 'ਤੇ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ ਹੋ ਜਾਣ। ਇਸ ਤੋਂ ਤੁਹਾਨੂੰ ਪਵਿੱਤਰ ਆਤਮਾ ਦਾ ਵਰਦਾਨ ਦੇ ਤੌਰ 'ਤੇ ਤੁਹਾਨੂੰ ਮਿਲੇਗਾ। ਵਰਦਾਨ ਦੇ ਪ੍ਰਭੂ ਦੇ ਦੇਗਾ ਪਵਿੱਤਰ ਆਤਮਾ ਸਾਨੂੰ ਔਰ ਮਿਲਿਆ ਹੈ। ਯਾਦ ਰੱਖਣਾ, ਖੁਦਾ ਦੀਆਂ ਜੋ ਰੂਹ ਪਾਕ ਦੀਆਂ 7 ਬਖਸ਼ਿਸ਼ਾਂ ਦੇ ਬਾਰੇ ਕਿਹੜੀ ਹੈ, ਜੋ ਸ਼ਾਇਦ ਨਬੀ ਦਾ ਗ੍ਰੰਥ ਪੜ੍ਹ ਸਕਦੇ ਹੋ। 11 ਅਧਿਆਏ ਉਹਦੀ 1 ਤੋਂ 2 ਆਇਤ ਵਿੱਚ, ਉਹਦੇ ਵਿੱਚ ਲਿਖਿਆ ਹੈ, ਹਿਕਮਤ, ਸਮਝ, ਸਲਾਹ, ਮਜ਼ਬੂਤੀ, ਇਲਮ, ਦੀਨਦਾਰੀ ਅਤੇ ਖੁਦਾ ਦਾ ਖੌਫ। ਯਾਦ ਰੱਖਣਾ ਹੈ ਖੁਦਾ ਦੀਆਂ ਈਮਾਨ ਜੋ ਸਾਨੂੰ ਦਿੱਤਾ ਹੈ, ਈਮਾਨ ਦੀਆਂ ਜਾਂ ਜੋ 4 ਖਾਸ ਚਾਹੀਆਂ ਦੇ ਬਾਰੇ। ਪਹਿਲੀ ਹੈ
ਕਿ ਇੱਕੋ ਖੁਦਾ ਹੈ ਸਾਰੀ ਦੁਨੀਆ ਦਾ ਖਾਲਿਕ ਤੇ ਮਾਲਿਕ। ਦੂਸਰਾ, ਇੱਕ ਖੁਦਾ ਵਿੱਚ ਤਿੰਨ ਸ਼ਖਸ ਹਨ, ਜਾਣੇ ਬਾਪ, ਬੇਟਾ ਤੇ ਰੂਹ ਪਾਕ। ਤੀਸਰਾ, ਖੁਦਾ ਬੇਟਾ ਸਾਡੀ ਨਜਾਤ ਲਈ ਆਦਮੀ ਬਣਿਆ, ਦੁੱਖ ਸਿਆ, ਸਲੀਬ ਉੱਤੇ ਚੜ੍ਹ ਗਿਆ, ਮਰ ਗਿਆ ਅਤੇ ਦਫਨਾਇਆ ਗਿਆ ਅਤੇ ਜੀ ਉੱਠਿਆ ਅਤੇ ਸਵਰਗ ਵਿੱਚ ਚੜ੍ਹ ਗਿਆ। ਚੌਥਾ, ਖੁਦਾ ਨੇਕ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਖੁਸ਼ੀ ਅਤੇ ਗੁਨਾਹਗਾਰਾਂ ਨੂੰ ਨਰਕ ਦੀ ਸਜ਼ਾ ਦੇਵੇਗਾ। ਇਸ ਲਈ ਆਓ ਪਾਕ ਰੂਹ ਸਾਨੂੰ ਭਰ ਦੇਵੇ, ਸਾਡੇ ਦਿਲਾਂ ਦੇ ਵਿੱਚ ਜੋ ਖੁਦਾ ਦੀ ਸੱਚਾਈ ਨੂੰ ਹਮੇਸ਼ਾ ਜਾਣਨ ਲਈ ਸਾਨੂੰ ਪ੍ਰੇਰਨਾ ਕਰੇ। ਅੱਜ ਦੇ ਵਚਨ ਜੋ ਸੁਣੀ ਹਨ, ਇਹਨਾਂ ਵਚਨਾਂ ਨੂੰ ਸੁਣਦੇ ਰਾਹੀਂ, ਪੜ੍ਹਨ ਦੇ ਰਾਹੀਂ ਖੁਦਾ ਬਰਕਤ ਦੇਵੇ। ਔਰ ਅੱਜ ਪਾਕ ਮਾਂ ਕਲੀਸਿਆ ਸਾਨੂੰ ਕਹਿੰਦੀ ਹੈ ਕਿ ਮਾਂ ਮਰੀਅਮ ਜੋ ਕਲੀਸਿਆ ਦੀ ਮਾਂ ਹੈ, ਜੋ ਪ੍ਰਭੂ ਦੀ ਮਾਂ ਹੈ, ਅੱਜ 10 ਦਿਨਾਂ ਤੋਂ ਕੰਟੀਨਿਊਸ ਜੋ ਅਸੀਂ ਘਰਾਂ ਦੇ ਵਿੱਚ ਰੋਜ਼ਰੀ ਪੜ੍ਹ ਰਹੇ ਸੀ, ਅੱਜ ਜੋ ਸਮਾਪਤੀ ਦਾ ਦਿਨ ਹੈ, ਮਾਂ ਮਰੀਅਮ ਦਾ ਵੀ ਸਮਾਪਤੀ ਦਾ ਦਿਨ ਹੈ। ਅਸੀਂ ਸ਼ਾਮ ਦੇ ਵੇਲੇ ਰੋਜ਼ਰੀ ਪੜ੍ਹਾਂਗੇ। ਤੁਸੀਂ ਵੀ ਪੜ੍ਹਦੇ ਆਪਣੇ ਘਰ ਵਿੱਚ ਅਤੇ ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ, ਮਾਂ ਮਰੀਅਮ ਦੇ ਰਾਹੀਂ ਖਾਸ ਕਰਕੇ, ਅਤੇ ਤੁਹਾਡੇ ਪਰਿਵਾਰਾਂ ਨੂੰ, ਤੁਹਾਡੇ ਜੀਆਂ ਨੂੰ, ਤੁਹਾਡੇ ਮੁਹੱਲੇ ਨੂੰ ਖੁਦਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ।